Hey everyone, today we are going to cover this topic exchange of gases। ठीक है। एक्सचेंज ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕੁਝ ਚੀਜ਼ ਦੇ ਰਹੇ ਹੋ ਸਾਹਮਣੇ ਵਾਲੇ ਨੂੰ, ਉਸਦੇ ਰਿਟਰਨ ਦੇ ਵਿੱਚ ਤੁਸੀਂ ਅਗੇਨ ਕੋਈ ਚੀਜ਼ ਰਿਸੀਵ ਕਰ ਰਹੇ ਹੋ। ਓਕੇ, ਤਾਂ ਇਸ ਜਗ੍ਹਾ ਦੇ ਉੱਪਰ ਦੇਖੋ, ਵੀ ਆਰ ਟਾਕਿੰਗ ਅਬਾਊਟ ਐਕਸਚੇਂਜ ਆਫ ਗੈसेस, ਕਿ ਗੈसेस ਦਾ ਐਕਸਚੇਂਜ ਹੋ ਰਿਹਾ ਹੈ। ਕਲੀਅਰ। गैसेस ਕਿਹੜੇ ਕਿਹੜੇ ਆ ਜਾਣਗੇ? ਕਾਰਬਨ ਡਾਈਆਕਸਾਈਡ ਐਂਡ ਆਕਸੀਜਨ। ਇਟ ਟੇਕਸ ਪਲੇਸ ਇਨ ਦ ਟੂ ਸਟੈਪਸ। ਓਕੇ, ਜੋ ਤੁਹਾਡੀ ਗੈसेस ਦਾ ਜੋ ਐਕਸਚੇਂਜ ਹੋਣਾ ਹੈ ਆਕਸੀਜਨ ਐਂਡ ਕਾਰਬਨ ਡਾਈਆਕਸਾਈਡ ਦਾ, ਉਹ ਦੋ ਸਟੈਪਸ ਦੇ ਵਿੱਚ ਹੋਏਗਾ। ਜੋ ਫਰਸਟ ਸਟੈਪ ਹੈ, ਫਰਸਟ ਸਟੈਪ ਦੇ ਵਿੱਚ ਕੀ ਹੋ ਰਿਹਾ ਦੇਖੋ, ਕਿ ਜੋ ਬਲੱਡ ਹੋਏਗਾ, ਬਲੱਡ ਦੇ ਵਿੱਚ ਇੱਕ ਪਿਗਮੈਂਟ ਹੋਏਗੀ, ਰੈੱਡ ਪਿਗਮੈਂਟ, ਜਿਹਨੂੰ ਆਪਾਂ ਹੀਮੋਗਲੋਬਿਨ ਬੋਲਦੇ ਹਾਂ। ਤੇ ਜੋ ਆਕਸੀਜਨ ਹੈ, ਆਕਸੀਜਨ ਇਸ ਹੀਮੋਗਲੋਬਿਨ ਦੇ ਨਾਲ ਕੰਬਾਈਨ ਕਰ ਜਾਏਗੀ ਤੇ ਆਪਣੀ ਇੱਕ ਡੀਪ ਰੈੱਡ ਕਲਰ ਦੀ ਕੀ ਬਣਾ ਲੇਗੀ? ਆਕਸੀ ਹੀਮੋਗਲੋਬਿਨ ਬਣਾਏਗੀ। ਓਕੇ, ਤੇ ਇਹ ਕਿਹਦੇ ਵਿੱਚ ਚਲੀ ਜਾਏਗੀ? ਸੈਲਸ ਦੇ ਵਿੱਚ ਚਲੀ ਜਾਏਗੀ। ਉਸ ਤੋਂ ਬਾਅਦ ਦੇਖੋ, ਐਲਵਿਊਲਾਈ, ਜੋ ਕਿ ਆਪਣੇ ਏਅਰ ਸੈਕਸ ਹੁੰਦੇ ਨੇ ਰਾਉਂਡ, ਠੀਕ ਹੈ, ਲੰਗਸ ਦੇ ਵਿੱਚ, ਉਹਦੇ ਵਿੱਚ ਕੀ ਹੋਏਗਾ? ਜੋ ਕਾਰਬਨ ਡਾਈਆਕਸਾਈਡ ਰਿਚ ਏਅਰ ਹੋਏਗੀ, ਉਹ ਐਕਸੇਲਡ ਹੋ ਜਾਏਗੀ ਐਜ਼ ਅ ਰਿਜ਼ਲਟ ਆਫ ਬਰੀਥਿੰਗ। ਠੀਕ ਹੈ, ਕਿ ਜਦੋਂ ਤੁਸੀਂ ਬਰੀਥ ਕਰੋਗੇ ਤਾਂ ਕਾਰਬਨ ਡਾਈਆਕਸਾਈਡ ਕੀ ਹੋ ਜਾਏਗੀ? ਬਾਹਰ ਚਲੀ ਜਾਏਗੀ, ਐਕਸੇਲਡ ਹੋ ਜਾਏਗੀ। ਇਹ ਤਾਂ ਸੀ ਫਸਟ ਸਟੈਪ। ਸੈਕਿੰਡ ਸਟੈਪ ਦੇ ਵਿੱਚ ਕੀ ਹੋਏਗਾ ਦੇਖੋ, in the second step exchange of gases takes place in between the blood capillaries and the cells of the body। ਠੀਕ ਹੈ, ਤੇ ਇਹਦੇ 'ਚ ਕੀ ਆਏਗਾ ਕਿ ਜੋ ਤੁਹਾਡੀ ਐਕਸਚੇਂਜ ਆਫ ਗੈਸਿਸ ਦਾ ਜੋ ਐਕਸਚੇਂਜ ਹੋ ਰਿਹਾ ਆ, ਉਹ ਕਿਹਦੇ ਵਿਚਕਾਰ ਹੋਏਗਾ? ਬਲੱਡ ਕੈਪਲਰੀਜ਼ ਦੇ ਵਿਚਕਾਰ ਤੇ ਸੈਲਸ ਦੇ ਵਿਚਕਾਰ ਹੋਏਗਾ। ਠੀਕ ਹੈ, ਬਲੱਡ ਕੈਪਲਰੀਜ਼ ਕੀ ਹੁੰਦੀਆਂ ਨੇ? ਜੋ ਕਿ ਬਲੱਡ ਕੈਰੀ ਕਰਦੀਆਂ ਨੇ, ਹੈ ਨਾ, ਨਰਵਸ। On reaching the cells, oxyhemoglobin again breaks to release oxygen and hemoglobin। ਤਾਂ ਉੱਪਰ ਦੇਖੋ, ਆਕਸੀਜਨ ਕੀ ਕਰ ਰਹੀ ਸੀ? ਕੰਬਾਈਨ ਕਰ ਰਹੀ ਸੀ ਹੀਮੋਗਲੋਬਿਨ ਦੇ ਨਾਲ, ਤੇ ਕੀ ਬਣਾ ਰਹੀ ਸੀ? ਆਕਸੀ ਹੀਮੋਗਲੋਬਿਨ ਬਣਾ ਰਹੀ ਸੀ। ਬਟ ਸੈਕਿੰਡ ਸਟੈਪ ਦੇ ਵਿੱਚ ਕੀ ਹੋ ਰਿਹਾ? ਇਹ ਆਕਸੀਜਨ ਦੁਆਰਾ ਫਿਰ ਤੋਂ ਬ੍ਰੇਕ ਹੋ ਗਈ ਹੈ। ਠੀਕ ਹੈ, ਆਕਸੀਜਨ ਦੇ ਵਿੱਚ ਤੇ ਹੀਮੋਗਲੋਬਿਨ ਦੇ ਵਿੱਚ ਦੁਬਾਰਾ ਫਿਰ ਉਹ ਕੀ ਹੋ ਗਿਆ? ਆਕਸੀ ਹੀਮੋਗਲੋਬਿਨ ਦੁਬਾਰਾ ਫਿਰ ਤੋਂ ਬ੍ਰੇਕ ਹੋ ਗਿਆ ਤੇ ਪਹਿਲਾਂ ਵਾਂਗ ਹੀ ਆਕਸੀਜਨ ਤੇ ਹੀਮੋਗਲੋਬਿਨ ਬਣ ਗਈ। ਠੀਕ ਹੈ, ਆਕਸੀਜਨ ਡਿਫਿਊਜ਼ਸ ਇਨਸਾਈਡ ਦ ਸੈਲਸ ਐਂਡ CO2 ਫਰੋਮ ਦ ਸੈਲ ਡਿਫਿਊਜ਼ਸ ਆਊਟ ਇਨਟੂ ਦ ਬਲੱਡ। ਤਾਂ ਹੁਣ ਕੀ ਹੋਏਗਾ? ਜੋ ਆਕਸੀਜਨ ਹੋਏਗੀ ਉਹ ਸੈਲਸ ਦੇ ਵਿੱਚ ਚਲੀ ਜਾਏਗੀ, ਤੇ ਜੋ ਕਾਰਬਨ ਡਾਈਆਕਸਾਈਡ ਹੋ ਜਾਏਗੀ ਉਹ ਕੀ ਹੋ ਜਾਏਗੀ? ਬਲੱਡ ਦੇ ਅੰਦਰ ਡਿਫਿਊਜ਼ ਹੋ ਜਾਏਗੀ। ਹੁਣ ਆ ਜਾਏਗੀ ਸੈਲੂਲਰ ਰੈਸਪੀਰੇਸ਼ਨ। ਸੈਲੂਲਰ ਰੈਸਪੀਰੇਸ਼ਨ, utilization of oxygen inside the cell to oxidize food and to liberate energy is called cellular respiration। ਠੀਕ ਹੈ, ਤਾਂ ਸੈਲੂਲਰ ਰੈਸਪੀਰੇਸ਼ਨ ਕੀ ਹੋਏਗੀ? ਕਿ ਆਕਸੀਜਨ ਦੀ ਯੂਟੀਲਾਈਜੇਸ਼ਨ ਹੋ ਰਹੀ ਹੈ, ਆਕਸੀਜਨ ਦਾ ਯੂਜ਼ ਹੋ ਰਿਹਾ ਸੈੱਲ ਦੇ ਅੰਦਰ, ਤੇ ਜੋ ਐਨਰਜੀ ਨੂੰ ਕੀ ਕੀਤਾ ਜਾ ਰਿਹਾ? ਲਾਈਬਰੇਟ ਕੀਤਾ ਜਾ ਰਿਹਾ, ਐਨਰਜੀ ਰਿਲੀਜ਼ ਕੀਤੀ ਜਾ ਰਹੀ ਹੈ। ਠੀਕ ਹੈ, ਤਾਂ ਉਸ ਚੀਜ਼ ਨੂੰ ਆਪਾਂ ਕੀ ਬੋਲਦੇ? ਸੈਲੂਲਰ ਰੈਸਪੀਰੇਸ਼ਨ ਬੋਲਿਆ ਜਾਏਗਾ। Energy released during respiration is stored in the small packets in the form of chemical compound called ATP, that is adenosine ट्राईफॉस्फेट। तो जो एनर्जी होएगी रेस्पिरेशन के दौरान, जो तुसी ब्रीदिंग कर रहे हो, उदों जो एनर्जी रिलीज होएगी, छड्डी जाएगी, तो वो की होएगी? छोटे छोटे पैकेट दे विच स्टोर हो जाएगी। ठीक है, किस दी फॉर्म दे? एक कैमिकल कंपाउंड दी फॉर्म स्टोर हो जाएगी। उस कैमिकल दे कंपाउंड का नाम है ATP, दैट इज अडीनोसिन ट्राईफॉस्फेट। तो जो ATP है ये बिल्कुल एनर्जी करंसी दे वांग है। ठीक है, जिमें कोई भी तुसी चीज़ परचेज करनी है, कुछ भी तुसी खरीदना आ, तो ऑबवियसली किस चीज़ का खरीदते? आप मनी का, है ना, तो कोई भी आप करंसी यूज़ करते हैं, तो ATP भी की है? एक एनर्जी करंसी के वांग यूज़ होएगा। जो भी किसी ऑर्गेनिज्म नूं एनर्जी की जरूरत होएगी, एनर्जी चाहिए होएगी, तो वो किस चीज़ तो मिलेगी? ATP मॉलिक्यूल तो मिलेगी। ठीक है, इट विल ब्रेक टू लाइबरेट एनर्जी। ठीक है, ये ब्रेक हो जाएगा तो आप एनर्जी रिसीव करांगे। ओके, फिलअप्स ਦੇ ਵਿੱਚ ਕੀ ਆ ਜਾਏਗਾ ਦੇਖੋ, ਡਿਊਰਿੰਗ ਇਨਹੇਲੇਸ਼ਨ ਰਿਬਸ ਮੂਵ ਡੈਸ਼ ਐਂਡ ਡੈਸ਼। ਆਪਾਂ ਕੀਤਾ ਸੀ ਨਾ ਕਿ ਜੋ ਇਨਹੇਲੇਸ਼ਨ ਹੁੰਦੀ ਹੈ, ਠੀਕ ਹੈ, ਇਨਹੇਲੇਸ਼ਨ ਦੇ ਵਿੱਚ ਕੀ ਆਏਗਾ?
ਕਿ ਜੋ ਤੁਹਾਡੀ ਇਨਹੇਲੇਸ਼ਨ ਹੋ ਰਹੀ ਹੈ, ਤੁਸੀਂ ਬਰੀਥ, ਠੀਕ ਹੈ, ਆਪਣੀ ਜੋ ਸਾਂਸ ਹੈ ਅੰਦਰ ਲੈ ਕੇ ਜਾ ਰਹੇ ਹੋ, ਦੈਨ ਰਿਬਸ ਵਿਲ ਮੂਵ ਅਪਵਰਡ ਐਂਡ ਆਊਟਵਰਡ, ਠੀਕ ਹੈ, ਅਪਵਰਡ ਉੱਪਰ ਵੱਲ ਨੂੰ ਮੂਵ ਕਰਨਗੇ ਐਂਡ ਬਾਹਰ ਵੱਲ ਨੂੰ। ਬਰੀਥਿੰਗ ਆਊਟ ਆਫ ਏਅਰ ਰਿਚ ਇਨ CO2 ਕਾਰਬਨ ਡਾਈਆਕਸਾਈਡ ਇਜ਼ ਕਾਲਡ ਡੈਸ਼ exhalation. Oxygen is carried in the blood by dash pigment hemoglobin. ਓਕੇ, ਸਪੈਲਿੰਗਸ ਚੈੱਕ ਕਰ ਲਓ, HAEMOGLOBIN. Lungs are present in airtight dash cavity, chest cavity, CHEST, chest cavity. Next we are talking respiration in animals. We have already talked about respiration in humans, ठीक है। ਹੁਣ ਤੱਕ ਆਪਾਂ ਜੋ ਹਿਊਮਨਸ ਦੇ ਵਿੱਚ ਜੋ ਰੈਸਪੀਰੇਸ਼ਨ ਹੁੰਦੀ ਹੈ, ਠੀਕ ਹੈ, ਬਰੀਦਿੰਗ ਹੁੰਦੀ ਹੈ, ਉਹ ਕੀਤੀ ਹੈ। ਹੁਣ ਆਪਾਂ ਕਰਾਂਗੇ ਐਨੀਮਲਸ ਦੇ ਵਿੱਚ ਕੀ ਹੋਏਗੀ। ਓਕੇ, तो देखो एनीमल्स डिफरेंट टाइप्स के होंगे, देयर आर सो मैनी टाइप्स ऑफ एनीमल्स। तो सब तो पहला देखो आप पढ़ांगे रेस्पिरेशन इन यूनीसैलुलर ऑर्गेनिज्म के जो यूनीसैलुलर मीनस जो सिंगल सैल होंगे, इक्को सैल के बने होंगे, जिन्होंने आप नेकड आई दे नाल नहीं देख सकते, ठीक है, माइक्रोस्कोप की हैल्प लैनी पेगी। तो वो अंदर की होएगी इन यूनीसैलुलर ऑर्गेनिज्म लाइक अमीबा एंड पैरामीशियम सैलुलर बॉडीज इन डायरैक्ट कॉन्टैक्ट विद एयर। एयर कि होएगी पानी दे डिजोल्व होएगी, वाटर दे डिजोल्व होएगी। तो जो अमीबा एंड पैरामीशियम है, ठीक है, वो जो सैलुलर बॉडी की होएगी डायरैक्ट कॉन्टैक्ट दे विच होएगी किस चीज़ दे नाल, एयर दे नाल। तो डिफ्यूजन ऑफ गैसेस डायरैक्टली टेक्स प्लेस थ्रू द सैल मैम्ब्रेन। तो किवें होएगा, जो गैसेस की जो डिफ्यूजन है, डिफ्यूजन का मतलब हुंदा आ कि हाई प्रैशर तो लोअर प्रैशर तक गैसेस मूव करदियां ने एयर दे विच, ठीक है। तो की होएगी, डायरैक्टली होएगी किस दे थ्रू, सैल मैम्ब्रेन। तो ओवरऑल कहने का मतलब ये है कि जो रेस्पिरेशन होएगी, जो ब्रीथिंग होएगी इस ए वाले ऑर्गेनिज्म के विचकार, सैलुलर ऑर्गेनिज्म के विचकार, वो की होएगी डिफ्यूजन के थ्रू होएगी जो इन्हों की सैल मैम्ब्रेन है। सपोज करो ये अमीबा आ, अमीबा की स्ट्रक्चर है, ठीक है, ये मैं एरो लगाया होया आ, तो जी बिल्कुल लाइनिंग है ना, बाउंड्री है, इनू आप बोलेंगे सैल मैम्ब्रेन, ठीक है। तो ये थ्रू ये रेस्पिरेशन होएगी। उस बाद अर्थवॉर्म के विचकार किवें होएगी रेस्पिरेशन। अर्थवॉर्म्स, लीच एटसैट्रा ब्रीथ थ्रू देयर मोइस्ट स्किन। तो ये की करनगे, अपनी मोइस्ट स्किन के विचकार ब्रीथ करते हैं, ठीक है, उस चीज़ की हैल्प दे नाल। मोइस्ट मतलब वैट होएगी, ठीक है, वैट होएगी, वाटरी स्किन होएगी। Their skin is highly vascularized and is supplied by the large number of blood capillaries. बहुत सारियां blood capillaries present होनी है, ठीक है। लीच और अर्थवॉर्म जिन्हों गंडोआ बोल दिंने हैं, उन्हां दे विचकार exchange of gases takes place between air and blood by diffusion. Again diffusion ਦਾ मतलब कि जो गैसेस ने वो हाई प्रैशर तो एयर दे विच कोई एवें दा एरिया जिथे बहुत ज़्यादा अमाउंट प्रेजेंट है, उन्होंने हाई प्रैशर दे विच है, उस तो कित्थे मूव करनगे, लोअर प्रैशर दे विच जो गैसेस ने वो मूव करनी, ठीक है। इस तरीके नाल की होएगी रेस्पिरेशन होएगी। सो मेनली कहने का मतलब ये है कि अर्थवॉर्म्स के विचकार उन्होंने की जिहड़ी स्किन रिस्पोंसिबल होएगी उन्होंने ब्रीथिंग के लिए, ओके, उन्होंने वैट स्किन जो होएगी। So that's why earthworms cannot live on dry land. Okay, next देखो respiration in frog. फ्रॉग ਦੇ ਵਿੱਚ ਕਿਵੇਂ ਰੈਸਪੀਰੇਸ਼ਨ ਹੋਏਗੀ। फ्रॉग एक एम्फीबियस एनिमल है, मतलब ये लैंड उपर भी रह सकता है तो वाटर ਦੇ ਵਿੱਚ भी रह सकता है, ठीक है। तो ये जो ब्रीथिंग है वो 3 वेज ਦੇ ਵਿੱਚ होएगी, मेनली 3 टाइप्स वे दिसे हुए ने। सो इट पोजेस लंग्स टू ब्रीथ ऑन द लैंड। अगर लैंड के उपर, ठीक है, ब्रीथिंग करनी है तो लंग्स की हैल्प के नाल करेगा फ्रॉग। एंड अगर उन्हें वाटर के अंदर ब्रीथिंग करनी है या फिर लैंड के उपर भी हो सकता है तो किहड़ी कैविटी का यूज़ करेगा वो, बको, देखो बको फेरिंजियल कैविटी। ओके, ये जो कैविटी होएगी ना, ये उहदी पूरी जो फेस का पार्ट होएगा, ठीक है, वो चीज़ नूं इनकलूड करके बनी होएगी। इट ऑल्सो ब्रीथ थ्रू द स्किन, ठीक है, विच रिमेन्स मोइस्ट वाइल ऑन द लैंड फॉर सम टाइम। कुछ टाइम के लिए जो लैंड के उपर आता आ तो जी स्किन होएगी मोइस्ट होएगी, वैट होएगी, गीली होएगी। ओके, दिस इज़ कॉल्ड क्यूटेनियस रेस्पिरेशन। अगर वो अपनी स्किन के थ्रू रेस्पिरेट कर रहा है, इट विल बी कॉल्ड क्यूटेनियस रेस्पिरेशन।
ਲਾਰਵਾ ਫਰੋਗ ਕਾਲਡ ਟੈਡਪੋਲ ਪੋਸੈਸ ਗਿਲਸ ਲਾਈਕ ਫਿਸ਼ਸ। ਅਤੇ ਜੋ ਲਾਰਵਾ ਹੈ ਫਰੋਗ ਦਾ, ਕਿ ਜਦੋਂ ਫੁੱਲੀ ਡੈਵਲਪ ਨਹੀਂ ਹੋਇਆ ਹੁੰਦਾ ਫਰੋਗ ਹੈ ਨਾ, ਉਹਦੀ ਜੋ ਆਪਾਂ ਬੋਲ ਦਿੰਦੇ ਹਾਂ ਫੁੱਲੀ ਗਰੋਨ ਸਟੇਜ ਨਹੀਂ ਹੋਏਗੀ, ਜੋ ਇਨੀਸ਼ੀਅਲ ਸਟੇਜ ਹੋਏਗੀ ਫਰੋਗ ਦੀ, ਉਹ ਕੀ ਉਹ ਬੋਲਾਂਗੇ ਆਪਾਂ ਨੂੰ ਟੈਡਪੋਲ ਬੋਲਿਆ ਜਾਂਦਾ ਆ। ਅਤੇ ਜਿਵੇਂ ਫਿਸ਼ਸ ਦੇ ਵਿੱਚ ਜੋ ਗਿਲਸ ਪ੍ਰੈਜੈਂਟ ਹੁੰਦੇ ਨੇ ਨਾ ਬਰੀਥਿੰਗ ਦੇ ਲਈ, ਠੀਕ ਹੈ, ਉਵੇਂ ਦੇ ਗਿਲਸ ਪ੍ਰੈਜੈਂਟ ਹੋਣਗੇ ਲਾਰਵਾ ਦੇ ਵਿੱਚ। ਓਕੇ, next we will cover in the next video. Okay, respiration in insects will be covered in that video.